आओ गुरु प्यारे गुरु सवारे सत्संगी जनो। रोजाना की तरह पातशाह जी की अपार कृपा बख्शिश दा सदका आप जी गुरु चरणों विखे हाजरियां लवा रहे हो। आओ लड़ीवार गुरबाणी की विचार नाल जुड़ना करिए। उस तो पहला गुरु चरणों विखे लवाइए हाजरियां। गुरु का बख्शिया फतेह का नारा करिए बुलंद। गज के आखिए जी वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। मनुआ नाचै भगत दिरड़ाए गुर शब्द मन्नै मन मिलाए। मनुआ नाचै भगत दिरड़ाए गुर कै शब्द मन्नै मन मिलाए। सच्चा ताल पूरै माया मोह चुकाए शब्द निरत करावनिया। सच्चा ताल पूरै माया मोह चुकाए शब्द निरत करावनिया। वाहिगुरु ये पवित्र बचन तीसरे पातशाह साहिब श्री गुरु अमरदास महाराज जी के उच्चारण किए हुए हैं, जो श्री गुरु ग्रंथ साहिब जी के अंग 121 तो 122 तक धन धन श्री गुरु ग्रंथ साहिब जी महाराज इन्हां शब्दां राही की बख्शिश करते हैं कि ये सारी दुनिया जिहड़ी है ये नच रही है। ज़्यादातर लोग माया के मोह विच नच रहे हैं, पर नचना किवें चाहिदा? नचन तो भाव है खुश होना। नाच रे मन गुड़ कै आगे, गुरु दे अगे नचना। ते गुरमत अनुसार वो भी नचना शरीर करके नहीं, मन का नचना। मन का गुरु के चरणों नाल जुड़ के खुश होना। मनुआ नाचै भगत दृढ़ाए, साडा मन नचे पर प्रेमा भगती विच नचे। भगती नूं हिरदे विच जिहड़ा है पक्की करे। गुर कै शब्द मन्नै, गुरु दे शब्द नूं मन करके समझ करके मन मिलाए उहदे मुताबक चलना शुरू करे। गुर कै शब्द मन्नै मन मिलाए, गुरु दे शब्द नूं सुन के पढ़ के मन करके उहदे मुताबक चलना। सच्चा ताल पूरे, ताड़ियां मार के नचदे आ, पर इत्थे ताल किहड़ा पूरना? सच ते चलना, सच नाल जुड़ना, सच ते चलना, सच दे मुताबक अपना जीवन बतीत करना। माया मोह चुकाए, मोह ममता तो मन मोड़ करके सच नाल जोड़ना करे। शब्द निरत करावणिया, शब्द के मुताबक अपने मन नूं चलावे। इहो ही वधिया नचना है।
ਪਰ ਸੰਸਾਰ ਜਿਹੜਾ ਹੈ ਨੱਚ ਰਿਹਾ ਹੈ, ਸੰਸਾਰ ਦੀ ਮੋਹ ਮਮਤਾ ਵਿੱਚ ਭੱਜਿਆ ਫਿਰਦਾ ਹੈ ਬੰਦਾ, ਧੰਦਿਆਂ ਵਿੱਚ ਫਸਿਆ ਮੋਹ ਮਮਤਾ ਕਰਕੇ ਧੰਦਿਆਂ ਦੇ ਵਿੱਚ ਫਸਿਆ ਹੋਇਆ ਭਟਕ ਰਿਹਾ ਹੈ। ਇਸ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਉੱਚਾ ਕੂਕੈ ਤਨੈ ਪਛਾੜੇ। ਜਿਸ ਤਰ੍ਹਾਂ ਮਾਇਆ ਲੈਣ ਵਾਸਤੇ ਕਿਸੇ ਦੇ ਘਰ ਜਾ ਕਰਕੇ ਖੁਸਰੇ ਨੱਚਦੇ ਆ, ਉਹ ਵੀ ਮਾਇਆ ਵਾਸਤੇ ਨੱਚਦੇ ਆ। ਦੂਜੇ ਪਾਸੇ ਬਹੁਤ ਸਾਰੇ ਝੂਠੇ ਕਰਮਕਾਂਡ ਰੀਤੀ ਰਿਵਾਜ਼ਾਂ ਵਿੱਚ ਫਸ ਕੇ, ਜਿਨ੍ਹਾਂ ਨੂੰ ਦੁਨੀਆ ਧਰਮ ਕਹਿੰਦੀ ਆ, ਉਹ ਵੀ ਨੱਚਦੇ ਆ। ਚੇਲੇ ਸਾਜ਼ ਵਜਾਉਂਦੇ, ਚੇਲੇ ਸਾਜ਼ ਵਜਾਉਂਦੇ ਆ, ਉਹਨਾਂ ਦਾ ਗੁਰੂ ਨੱਚਦਾ ਹੈ। ਓਡੋ ਡਰਾਵਾ ਝਾਟੈ ਪਾਏ, ਸਿਰ ਵਿੱਚ ਰੇਤਾ ਪੈਂਦਾ। ਵੇਖਿਆ ਲੋਕ ਘਰੇ ਹੱਸੈ ਘਰ ਜਾਏ। ਕਈ ਲੋਕ ਘਰੇ ਜਾ ਉਹਨਾਂ ਨੂੰ ਹੱਸਦੇ ਹੋਏ ਮਜ਼ਾਕ ਵੀ ਕਰਦੇ ਆ ਕਿ ਮਾਇਆ ਦੇ ਪਿੱਛੇ ਦੇਖੋ ਕਿਤਨੇ ਕਰਮਕਾਂਡਾਂ 'ਚ ਫਸਿਆ ਹੋਇਆ ਮਨੁੱਖ। ਉੱਚਾ ਕੂਕੇ ਉੱਚੀ ਉੱਚੀ ਬੋਲਦਾ ਹੈ, ਤਣੈ ਪਛਾੜੇ। ਆਪਣੇ ਤਨ ਨੂੰ ਦੁੱਖ ਦਿੰਦਾ ਹੈ। ਉੱਚਾ ਕੂਕੈ ਤਣੈ ਪਛਾੜੇ, ਮਾਇਆ ਮੋਹੇ ਜੋਹਿਆ ਜਮਕਾਲੇ। ਅਸਲ ਵਿੱਚ ਇਹ ਮਨੁੱਖ ਨੂੰ ਮਾਇਆ ਨਚਾ ਰਹੀ ਹੈ, ਮਾਇਆ ਦੇ ਪਿੱਛੇ ਭੱਜਦਾ ਹੈ ਤੇ ਜੋਹਿਆ ਜਮਕਾਲੇ, ਤੇ ਅਖੀਰ ਜਮਾਂ ਦੇ ਕਾਲ ਦੇ ਵਸ ਵਿੱਚ ਪੈ ਜਾਂਦਾ ਹੈ। ਉਹ ਫੜ ਲੈਂਦਾ, ਜੋਹਣਾ ਹੁੰਦਾ, ਟੱਚ ਕਰਨਾ, ਫੜ ਲੈਣਾ। ਅਖੀਰ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਹੈ ਤੇ ਮੌਤ ਦੇ ਵੱਲ ਚਲਿਆ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇਹ ਜੀਵ ਨੂੰ ਮਾਇਆ ਨਚਾ ਰਹੀ ਹੈ, ਮਨ ਨੂੰ ਮਾਇਆ ਨਚਾ ਰਹੀ ਹੈ। ਔਰ ਮਾਇਆ ਮੋਹ ਇਸ ਮਨੈ ਨਚਾਏ, ਅੰਤਰ ਕਪਟ ਦੁਖ ਪਾਵਣਿਆ। ਤੇ ਇਸ ਮਾਇਆ ਦੇ ਮੂੰਹ ਕਰਕੇ ਮਨੁੱਖ ਦੇ ਅੰਦਰ ਬੇਅੰਤ ਛਲ ਫਰੇ ਪੈਦਾ ਹੁੰਦਾ। ਕਪਟ, ਛਲ, ਧੋਖਾ, ਠੱਗੀਬਾਜ਼ੀ, ਇਹ ਮਾਇਆ ਦਾ ਮੋਹ ਮਨੁੱਖ ਨੂੰ ਦਬੱਲੀ ਫਿਰਦਾ। ਜਿਸ ਤਰ੍ਹਾਂ ਬੱਚਾ ਮਾਇਆ ਦੇ ਮੋਹ ਕਰਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਭੱਜਦਾ, ਇਹੋ ਨੱਚਣਾ ਹੈ, ਹੋਰ ਕੋਈ ਜ਼ਰੂਰੀ ਨਹੀਂ। ਜੋ ਢੋਲਾਂ 'ਤੇ ਨੱਚਦੇ ਉਹਨਾਂ ਦੀ ਗੱਲ ਹੈ। ਜਿਸ ਦੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਚਲ ਬਟਾਲੇ ਦੇ ਮੇਲੇ 'ਤੇ ਗਏ, ਤੇ ਉਹ ਮੇਲਾ ਸਾਲ ਬਾਅਦ ਲੱਗਿਆ ਕਰਦਾ ਸੀ। ਪਹਿਲਾਂ ਉੱਥੇ ਜੋਗੀ ਬਹੁਤ ਆਉਂਦੇ ਸਨ ਤੇ ਜੋਗੀਆਂ ਨੂੰ ਦੁਨੀਆ ਬੜਾ ਮੰਨਦੀ ਸੀ, ਮੱਥੇ ਟੇਕਦੀ ਸੀ। ਤੇ ਐਤਕੀ ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਅਚਲ ਬਟਾਲੇ ਦੇ ਮੇਲੇ 'ਤੇ ਗਏ ਤੇ ਸਤਿਗੁਰੂ ਨਾਨਕ ਦੇਵ ਜੀ 4 ਉਦਾਸੀਆਂ ਕਰਕੇ ਬਹੁਤ ਮਸ਼ਹੂਰ ਹੋ ਚੁੱਕੇ ਸੀ। ਇਸ ਕਰਕੇ ਐਤਕੀ ਬਹੁਤੀ ਜਨਤਾ ਬਾਬੇ ਨਾਨਕ ਜੀ ਦੇ ਦੀਵਾਨ ਵਿੱਚ ਬੈਠ ਗਈ। ਧੰਨ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਜਾ ਬੈਠੀ ਤੇ ਜੋਗੀਆਂ ਵਾਲੇ ਪਾਸੇ ਨਾ ਗਏ। ਕਹਿੰਦੇ ਜੋਗੀਆਂ ਨੂੰ ਗੁੱਸਾ ਆਇਆ ਔਰ ਉੱਥੇ ਉਹਨਾਂ ਨੇ ਜਨਤਾ ਨੂੰ ਡਰਾਉਣਾ ਕੀਤਾ, ਕਿਉਂਕਿ ਇਹ ਇਹਦੀਆਂ ਸਿੱਧੀਆਂ ਨਾਲ ਆਪਣੇ ਸਰੂਪ ਬਦਲ ਲੈਂਦੇ ਸੀਗੇ।
ਕਈ ਆਕਾਸ਼ਾਂ 'ਚ ਉੱਡਣ ਲੱਗੇ, ਕਈ ਮੂੰਹ 'ਚੋਂ ਅੱਗ ਭਰਾਉਣ ਲੱਗੇ, ਇੱਦਾਂ ਦੇ ਕੌਤਕ ਕਰਨ ਲੱਗੇ। ਤੇ ਸਤਿਗੁਰੂ ਪਾਤਸ਼ਾਹ ਸੰਗਤ ਨੂੰ ਕਹਿਣ ਲੱਗੇ, ਟਿਕੇ ਰਹੋ, ਕੁਛ ਨਹੀਂ ਹੁੰਦਾ। ਸੰਗਤ ਬੈਠੀ ਰਹੀ। ਇਹਨਾਂ ਦਾ ਜ਼ੋਰ ਨਾ ਚੱਲਿਆ। ਉੱਥੇ ਇੱਕ ਰਾਸ ਧਾਰੀਏ ਰਾਸ ਲੀਲਾ ਕਰ ਰਹੇ ਸੀ। ਰਾਸ ਲੀਲਾ ਹੁੰਦੀ ਹੈ ਜਿਵੇਂ ਕ੍ਰਿਸ਼ਨ ਦੀ ਜਿਹੜੇ ਕੌਤਕ ਹਨ ਉਹਨਾਂ ਦਾ ਨਾਟਕ ਕਰਨਾ, ਰਾਮ ਲੀਲਾ ਰਾਮ ਦੇ ਜੀਵਨ ਦਾ ਨਾਟਕ ਕਰਨਾ। ਤੋ ਰਾਸ ਲੀਲਾ ਵਾਲਿਆਂ ਨੇ ਉੱਥੇ ਘੜਾ ਰੱਖਿਆ ਸੀ ਇੱਕ, ਜਿਹੜੇ ਕੋਈ ਲੋਕ ਪੈਸੇ ਦਿੰਦੇ ਸਨ ਉਹ ਘੜੇ 'ਚ ਪਾਈ ਜਾਂਦੇ ਸਨ ਲੋਕ। ਇਸ ਤਰ੍ਹਾਂ ਜਦੋਂ ਰਾਸ ਲੀਲਾ ਕਰਦਿਆਂ ਕਰਦਿਆਂ ਇਹਨਾਂ ਜੋਗੀਆਂ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਨਾਲ ਉਹਨਾਂ ਦਾ ਉਹ ਪੈਸਿਆਂ ਵਾਲਾ ਘੜਾ ਉਡਾ ਦਿੱਤਾ, ਉੱਥੋਂ ਗਾਇਬ ਕਰਤਾ। ਭੁੱਲੀ ਭਗਤ ਭਗਤੀਆਂ, ਤਾਂ ਉਹ ਰਾਸ ਲੀਲਾ ਕਰਨ ਵਾਲਿਆਂ ਨੂੰ ਰਾਸ ਲੀਲਾ ਭੁੱਲ ਗਈ ਹੁਣ, ਕਿਉਂਕਿ ਬੰਦਾ ਮਾਇਆ ਦੇ ਕਾਰਨ ਹੀ ਸਭ ਕੁਝ ਕਰਦਾ। ਜੇ ਉਹਦੇ ਅੱਗੋਂ ਮਾਇਆ ਚੱਕੀ ਜਾਵੇ ਤੇ ਉਸ ਨੂੰ ਸਭ ਕੁਝ ਭੁੱਲ ਜਾਂਦਾ। ਤਾਂ ਇਸ ਰਾਸ ਲੀਲਾ ਦੇ ਵਿੱਚੋਂ ਜਦੋਂ ਉਹਨਾਂ ਨੇ ਉਹਨਾਂ ਪੈਸਿਆਂ ਵਾਲਾ ਬਰਤਨ ਜੋਗੀਆਂ ਲੋਟਾ ਲਿਆ ਛਪਾਈ, ਭਾਈ ਗੁਰਦਾਸ ਆਪਣੇ ਬਚਨਾਂ ਵਿੱਚ ਦੱਸਦੇ ਹਨ, ਉਹਨਾਂ ਨੇ ਉਹਨਾਂ ਦਾ ਗੜਵਾ ਲੋਟਾ ਘੜਾ ਜੋ ਵੀ ਸੀ ਸਾਹਮਣੇ ਰੱਖਿਆ ਉਹ ਉਡਾ ਦਿੱਤਾ, ਰਿੱਧੀਆਂ ਸਿੱਧੀਆਂ ਨਾਲ ਗਵਾ ਦਿੱਤਾ, ਲੁਕੋ ਦਿੱਤਾ। ਉਹ ਸਾਰੇ ਰਾਸ ਲੀਲਾ ਕਰਨ ਵਾਲਿਆਂ ਨੇ ਆ ਕੇ ਬਾਬੇ ਨਾਨਕ ਦੇ ਕੋਲ ਬੇਨਤੀ ਕੀਤੀ ਕਿ ਮਹਾਰਾਜ ਇਹਨਾਂ ਜੋਗੀਆਂ ਨੇ ਕੰਨ ਪਾਟਿਆਂ ਨੇ ਸਾਡਾ ਜਿਹੜਾ ਪੈਸਿਆਂ ਵਾਲਾ ਗੜਵਾ ਸੀ ਜਾਂ ਘੜਾ ਸੀ ਉਹ ਲੁਕਾ ਦਿੱਤਾ ਹੈ, ਗਵਾ ਦਿੱਤਾ ਹੈ, ਜਾਣ ਬੁੱਝ ਕੇ ਛੁਪਾ ਦਿੱਤਾ ਹੈ। ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਤਾਕਤ ਨਾਲ ਜਿੱਥੇ ਇਹਨਾਂ ਨੇ ਉਹ ਘੜਾ ਲੁਕੋਇਆ ਸੀ ਉੱਥੋਂ ਕੱਢ ਦਿੱਤਾ। ਇਸ ਕਰਕੇ ਜੋਗੀਆਂ ਨੂੰ ਹੁਣ ਬਾਬੇ ਨਾਨਕ 'ਤੇ ਗੁੱਸਾ ਆ ਗਿਆ। ਇੱਕ ਤਾਂ ਜਨਤਾ ਸਾਰੀ ਬਾਬੇ ਨਾਨਕ ਦੇ ਵੱਲ ਜਾ ਬੈਠੀ, ਉਹਨਾਂ ਦੀਆਂ ਵਿਚਾਰਾਂ ਸੁਣਨ ਲੱਗੀ, ਤੇ ਦੂਜਾ ਜਿਹੜੀ ਉਹਨਾਂ ਨੇ ਚਲਾਕੀ ਕੀਤੀ ਸੀ ਪਾਤਸ਼ਾਹ ਨੇ ਉਹਨਾਂ ਦੀ ਚਲਾਕੀ ਫੜ ਲਈ। ਤੇ ਉਹ ਗੁੱਸੇ ਵਿੱਚ ਆ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਬੈਠੀ ਸੰਗਤ ਨੂੰ, ਸਤਿਗੁਰਾਂ ਨੂੰ ਡਰਾਉਣਾ ਚਾਹੁੰਦੇ ਸੀ। ਡਰਾਉਣ ਲੱਗੇ, ਅੱਗ ਮੂੰਹ 'ਚੋਂ ਅੱਗ ਕੱਢਣ ਲੱਗੇ, ਮੀਂਹ ਡਲੇ ਕਾਕੜੇ ਆਦਿ ਭਰਾਉਣ ਲੱਗੇ, ਪਰ ਸਤਿਗੁਰਾਂ ਦੀ ਸੰਗਤ ਦੇ ਨੇੜੇ ਨੇੜੇ ਕੁਛ ਵੀ ਨਾ ਆਇਆ। ਅਖੀਰ ਹੰਭ ਗਏ, ਥੱਕ ਹਾਰ ਗਏ। ਅਖੀਰ ਹਾਰ ਕੇ ਇਹਨਾਂ ਜੋਗੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਤੋਂ ਮਾਫੀ ਮੰਗੀ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ ਮਨੁੱਖ ਜਿਹੜਾ ਹੈ ਮਾਇਆ ਦੇ ਕਾਰਨ ਹੀ ਭਟਕ ਰਿਹਾ ਹੈ, ਤੇ ਮਾਇਆ ਦੇ ਕਾਰਨ ਹੀ ਕਈ ਵਾਰੀ ਮੌਤ ਦੇ ਮੂੰਹ ਵਿੱਚ ਵੀ ਚਲਿਆ ਜਾਂਦਾ। ਜਿਵੇਂ ਕੱਲ੍ਹ ਆਪਾਂ ਸਰਵਣ ਕੀਤੀ ਸੀ ਕਹਾਣੀ ਇੱਕ 4 ਮੋਮਬੱਤੀਆਂ ਵਾਲੀ। ਲਾਲਚ ਬੰਦੇ ਨੂੰ ਮੌਤ ਵੱਲ ਲੈ ਜਾਂਦਾ ਕਈ ਵਾਰੀ। ਪਾਤਸ਼ਾਹ ਜੀ ਕਹਿੰਦੇ ਅੰਤਰ ਕਪਟ ਦੁਖ ਪਾਵਣਿਆ, ਗੁਰਮੁਖ ਭਗਤ ਜਾਂ ਆਪ ਕਰਾਏ। ਪਰ ਜਿਹੜੇ ਗੁਰਮੁਖ ਹੁੰਦੇ ਆ, ਗੁਰੂ ਵਾਲੇ ਹੁੰਦੇ ਨੇ, ਉਹ ਪਰਮੇਸ਼ਰ ਦੀ ਭਗਤੀ ਕਰਦੇ ਆ, ਜਿਨ੍ਹਾਂ 'ਤੇ ਗੁਰੂ ਕਿਰਪਾ ਕਰਕੇ ਆਪ ਕਰਵਾਉਂਦਾ। ਤਨ ਮਨ ਰੱਤਾ ਸਹਿਜ ਸੁਭਾਏ, ਉਹਨਾਂ ਦਾ ਤਨ ਮਨ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਂਦਾ। ਸਹਿਜ ਸੁਭਾਏ, ਉਹ ਸਹਿਜੇ ਹੀ ਪਰਮੇਸ਼ਰ ਦਾ ਨਾਮ ਜਪਦੇ ਨੇ, ਸਹਿਜ ਅਵਸਥਾ ਵਿੱਚ ਚਲੇ ਜਾਂਦੇ ਆ। ਭਾਵ ਜੋ ਉਹਦੇ ਭਾਣੇ ਅੰਦਰ ਹੋ ਰਹੇ ਆ ਉਹ ਠੀਕ ਆ, ਉਸਦੇ ਭਾਣੇ ਵਿੱਚ ਆ ਜਾਂਦੇ ਆ। ਵਾਣੀ ਵੱਜੈ ਸ਼ਬਦ ਵਜਾ, ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਬਾਣੀ ਚੱਲਦੀ ਆ, ਸ਼ਬਦ ਚੱਲਦਾ ਹੈ,
ਗੁਰਮੁਖ ਭਗਤ ਥਾਏ ਪਾਵਣਿਆ, ਐਸੇ ਪਰਮੇਸ਼ਰ ਦੇ ਪਿਆਰੇ ਭਗਤੀ ਕਰਦੇ ਹੋਏ ਟਿਕ ਜਾਂਦੇ ਆ। ਮਤਲਬ ਉਹ ਨੱਚਦੇ ਨਹੀਂ, ਮਤਲਬ ਉਹ ਭੱਜ ਦੌੜ ਨਹੀਂ ਕਰਦੇ, ਉਹਨਾਂ ਦੇ ਅੰਦਰ ਟਿਕਾਓ ਆ ਜਾਂਦਾ। ਜਿਵੇਂ ਪਾਤਸ਼ਾਹ ਬਾਣੀ 'ਚ ਕਹਿੰਦੇ, ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਇਸ ਤਰ੍ਹਾਂ ਸਤਿਗੁਰੂ ਉਹਨਾਂ ਨੂੰ ਟਿਕਾ ਬਖਸ਼ਦਾ, ਉਹਨਾਂ ਦਾ ਦੁਨੀਆ ਦੀ ਤਰ੍ਹਾਂ ਨੱਚਣਾ ਬੰਦ ਹੋ ਜਾਂਦਾ। ਦੁਨੀਆ ਦੇ ਨੱਚਣ ਦੀ ਗੱਲ ਆਪਾਂ ਪਿੱਛੇ ਕੀਤੀ ਸੀ ਕਿ ਦੁਨੀਆ ਨੱਚਦੀ ਹੈ, ਭਾਵ ਭੱਜ ਦੌੜ ਵਿੱਚ ਹੈ। ਮਨਮੁਖਾਂ ਅਤੇ ਗੁਰਮੁਖਾਂ ਵਿੱਚ ਇਹੀ ਫਰਕ ਹੈ। ਗੁਰਮੁਖ ਭਗਤ ਜਾਂ ਆਪ ਕਰਾਏ, ਤਨ ਮਨ ਰਤ ਸਹਿਜ ਸੁਭਾਏ। ਬਾਣੀ ਬੱਜੈ ਸ਼ਬਦ ਬਜਾਏ, ਗੁਰਮੁਖ ਭਗਤ ਤਾਏ ਪਾਵਨਿਆ। ਮੋਹਤਾਲ ਪੂਰੇ ਵਾਜੇ ਵਜਾਏ। ਮੋਹਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ। ਮਾਇਆ ਕਾਰਨ ਪਿੜਬੰਦ ਨਾਚੇ, ਦੂਜੇ ਭਾਏ ਦੁਖ ਪਾਵਨਿਆ। ਇਹ ਮਨਮੁਖਾਂ ਦੀ ਗੱਲ ਕੀਤੀ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਮਨੁੱਖ ਆਏ ਨੇ, ਸਿੱਖ ਆਏ ਨੇ। ਕਹਿਣ ਲੱਗੇ, ਮਹਾਰਾਜ ਅਸੀਂ ਕੀਰਤਨ ਕਰਦੇ ਹਾਂ, ਪਰ ਸੰਸਾਰ ਜਿਹੜਾ ਹੈ ਉਹ ਬੈਠਦਾ ਹੀ ਨਹੀਂ ਗਾ, ਟਿਕਦਾ ਨਹੀਂ, ਕੀ ਗੱਲ ਹੈ? ਧੰਨ ਗੁਰੂ ਨਾਨਕ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਸਿੱਖੋ, ਤੁਸੀਂ ਕੀਰਤਨ ਕਰਦੇ ਹੋ ਪੈਸਿਆਂ ਵਾਸਤੇ, ਤੁਹਾਡਾ ਧਿਆਨ ਰਹਿੰਦਾ ਮਾਇਆ ਦੇ ਵਿੱਚ ਵੀ ਕਿੰਨੀ ਮਾਇਆ ਹੋ ਗਈ, ਇਸ ਕਰਕੇ ਤੁਹਾਡਾ ਧਿਆਨ ਸ਼ਬਦ ਵਿੱਚ ਨਹੀਂ ਲੱਗਦਾ। ਅਤੇ ਜਿੰਨਾ ਚਿਰ ਤੁਹਾਡਾ ਮਨ ਨਹੀਂ ਟਿਕਦਾ, ਓਨਾ ਚਿਰ ਜਨਤਾ ਕਿਵੇਂ ਟਿਕੇਗੀ? ਆਪਣੇ ਮਨ ਨੂੰ ਮਾਇਆ ਦੇ ਖਿਆਲ 'ਚੋਂ ਕੱਢ ਕੇ ਜਿਹੜਾ ਹੈ ਉਹ ਸ਼ਬਦ ਵਿੱਚ ਲਾਓ। ਤੁਸੀਂ ਨੇਤਰ ਬੰਦ ਕਰਕੇ, ਭਾਵ ਧਿਆਨ ਜੋੜ ਕੇ ਸਤਿਗੁਰ ਦੇ ਨਾਲ, ਗੁਰੂ ਨਾਨਕ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਫਿਰ ਕੀਰਤਨ ਕਰੋ, ਫਿਰ ਸ਼ਬਦ ਨੂੰ ਗਾਓ, ਫਿਰ ਆਨੰਦ ਆਵੇਗਾ। ਜਦ ਤੁਹਾਨੂੰ ਆਨੰਦ ਆਵੇਗਾ, ਫਿਰ ਸੰਗਤ ਨੂੰ ਵੀ ਆਨੰਦ ਆਵੇਗਾ, ਫਿਰ ਸੰਗਤ ਵੀ ਬੈਠੇਗੀ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ। ਇਹ ਸ਼ਬਦ ਉਚਾਰਨ ਕੀਤਾ। ਥਿਰ ਕਰ ਦਾ ਮਤਲਬ, ਥਿਰ ਘਰ, ਜੇ ਘਰ ਵਾਲਾ ਘਰ ਕਹਿ ਦਈਏ ਆਪਣੇ ਹਿਰਦੇ ਵਿੱਚ, ਅਤੇ ਜੇ ਥਿਰ ਕੱਕਰ ਵਾਲਾ ਕਰ ਕਹਿ ਦਈਏ ਤੇ ਫਿਰ ਆਪਣੇ ਮਨ ਨੂੰ ਰੋਕ ਕਰਕੇ, ਮਨ ਨੂੰ ਸਥਿਰ ਕਰਕੇ ਬੈਠੋ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਫਿਰ ਉਹਨਾਂ ਨੂੰ ਆਨੰਦ ਆਵੇਗਾ। ਨਹੀਂ ਤਾਂ ਫਿਰ ਭਈ ਬਾਜੇ ਤਾਂ ਬਹੁਤ ਵਜਾਉਂਦੇ ਆ, ਬਹੁਤ ਤਾਲ ਪੂਰੇ ਬਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ। ਪਾਤਸ਼ਾਹ ਕਹਿੰਦੇ, ਜਦ ਤੁਹਾਨੂੰ ਟਿਕਾ ਨਹੀਂ ਆਉਂਦਾ ਗਾ ਕੇ, ਫਿਰ ਸੁਣਨ ਵਾਲੇ ਨੂੰ ਕਿਵੇਂ ਆਵੇਗਾ? ਫਿਰ ਜਿੰਨੇ ਮਰਜ਼ੀ ਕੋਈ ਢੋਲ ਵਜਾਵੇ, ਤਾਲ ਢੋਲ 'ਤੇ ਹੁੰਦਾ, ਤਪਲੇ 'ਤੇ ਹੁੰਦਾ। ਜਿੰਨੇ ਮਰਜ਼ੀ ਕੋਈ ਢੋਲ ਬਾਜੇ ਵਜਾਵੇ, ਕਿਸੇ 'ਤੇ ਅਸਰ ਨਹੀਂ ਹੁੰਦਾ, ਕਿਉਂਕਿ ਤੁਹਾਡਾ ਧਿਆਨ ਜਿਹੜਾ ਕੇਵਲ ਮਾਇਆ 'ਚ, ਜਿਸ ਤਰ੍ਹਾਂ ਸੱਤਾ ਬਲਵੰਡਾ ਰਾਗੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਹਜ਼ੂਰੀ ਵਿੱਚ ਕੀਰਤਨ ਕਰਦੇ ਆ, ਬਹੁਤ ਰਸ ਬਣਦਾ, ਸੰਗਤ ਬੜੀ ਆਉਂਦੀ ਆ। ਪਰ ਇੱਕ ਵਾਰ ਉਹਨਾਂ ਦੇ ਘਰ ਬੱਚੀ ਦਾ ਵਿਆਹ ਸੀ, ਚਾਹੇ ਭੈਣ ਦਾ ਜਾਂ ਉਹਨਾਂ ਦੀ ਬੱਚੀ ਦਾ, ਅਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਸਾਨੂੰ ਮਾਇਆ ਦੇ ਦਿਓ, ਅਸੀਂ ਲੜਕੀ ਦਾ ਵਿਆਹ ਕਰਨਾ। ਅਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਇਸ ਵਿਆਹ ਅਸੀਂ ਆਪੇ ਕਰ ਦਿਆਂਗੇ ਭਾਈ, ਫਿਕਰ ਨਾ ਕਰੋ, ਤੁਸੀਂ ਕੀਰਤਨ ਕਰਿਆ ਕਰੋ ਜੀ ਲਾ ਕੇ।
ਉਹ ਕਹਿੰਦੇ ਨਹੀਂ ਜੀ ਸਾਨੂੰ ਪੈਸੇ ਚਾਹੀਦੇ, ਅਸੀਂ ਸਮਾਨ ਖਰੀਦਣਾ। ਕਹਿੰਦੇ ਸਭ ਕੁਛ ਆ ਜਾਊਗਾ, ਤੁਸੀਂ ਫਿਕਰ ਨਾ ਕਰੋ। ਅਖੀਰ ਕਹਿਣ ਲੱਗੇ ਸਾਨੂੰ ਇੱਕ ਦਿਨ ਦਾ ਚੜ੍ਹਾਵਾ ਦੇ ਦਿਓ। ਪਾਤਸ਼ਾਹ ਕਹਿਣ ਲੱਗੇ ਠੀਕ ਹੈ ਭਾਈ, ਇੱਕ ਦਿਨ ਦਾ ਚੜ੍ਹਾਵਾ ਤੁਸੀਂ ਲੈ ਜਿਓ, ਜੇ ਨਹੀਂ ਸਾਨੂੰ ਸਾਡੇ 'ਤੇ ਭਰੋਸਾ ਫਿਰ ਮਾਇਆ ਲੈ ਜਿਓ। ਅਤੇ ਜਿਹੜੇ ਦਿਨ ਦੀ ਗੱਲ ਕੀਤੀ ਸੀ ਕੱਲ੍ਹ ਜਾਂ ਪਰਸੋਂ ਦੀ, ਪਾਤਸ਼ਾਹ ਕਹਿਣ ਲੱਗੇ ਕੱਲ੍ਹ ਨੂੰ ਮਾਇਆ ਤੁਸੀਂ ਲੈ ਜਾਓ ਸਾਰੀ। ਪਰ ਅੱਜ ਉਹਨਾਂ ਨੂੰ ਇਹ ਧਿਆਨ ਸੀ ਕਿ ਇਹ ਮਾਇਆ ਸਾਡੀ ਹੈ। ਇੱਦੋਂ ਪਹਿਲਾਂ ਮਾਇਆ ਨਾਲ ਕੋਈ ਤਲਕ ਹੀ ਨਹੀਂ ਸੀ, ਕਿਉਂਕਿ ਮਾਇਆ ਸਾਡੀ ਹੈ ਹੀ ਨਹੀਂ ਸੀ, ਉਹ ਤਾਂ ਸਾਰੀ ਗੁਰੂ ਕੇ ਖਜ਼ਾਨੇ ਜਾਣੀ ਸੀ। ਪਰ ਅੱਜ ਉਹਨਾਂ ਨੇ ਠੇਕਾ ਕਰ ਲਿਆ ਵੀ ਇਹ ਮਾਇਆ ਸਾਡੀ ਅੱਜ। ਇਸ ਕਰਕੇ ਉਹ ਮਾਇਆ ਹੀ ਗਿਣਦੇ ਰਹੇ ਬਾਜਿਆਂ 'ਤੇ, ਉਹਨਾਂ ਦਾ ਕੀਰਤਨ ਦੇ ਵਿੱਚ ਉਹਨਾਂ ਦਾ ਧਿਆਨ ਨਾ ਜੁੜਿਆ। ਸੰਗਤ ਨੇ ਵੀ, ਸੰਗਤ ਦਾ ਵੀ ਧਿਆਨ ਨਾ ਜੁੜਿਆ ਅਤੇ ਬਹੁਤੀ ਮਾਇਆ ਵੀ ਆਈ। ਅਤੇ ਕਹਿੰਦੇ ਕੋਈ ਇਤਿਹਾਸ ਵਿੱਚ 20 ਰੁਪਈਏ ਲਿਖਦਾ ਜਾਂ ਕੋਈ 100 ਰੁਪਈਆ ਲਿਖਦਾ, ਮਤਲਬ ਕਿ ਬਹੁਤ ਥੋੜ੍ਹੇ ਪੈਸੇ ਆਏ ਉਹ ਸਮੇਂ ਮੁਤਾਬਕ। ਅਤੇ ਕਿਉਂਕਿ ਅੱਜ ਇਹਨਾਂ ਦਾ ਧਿਆਨ ਸ਼ਬਦ ਵਿੱਚ ਨਾ ਲੱਗਿਆ, ਮਾਇਆ 'ਚ ਹੀ ਰਿਹਾ ਵੀ ਚੜ੍ਹਾਵਾ ਸਾਡਾ। ਅਤੇ ਜਿਸ ਵੇਲੇ ਸਮਾਪਤੀ ਕੀਤੀ ਅਤੇ ਉੱਠ ਕੇ ਚਲੇ ਗਏ, ਪਾਤਸ਼ਾਹ ਕਹਿੰਦੇ ਆ ਲੈ ਜਾਓ। ਕਹਿੰਦੇ ਇਹਦਾ ਕੀ ਕਰੀਏ, ਥੋੜ੍ਹੀ ਹੈ, ਇਹਦੇ ਨਾਲ ਸਰਦਾ ਨਹੀਂ ਸਾਡਾ। ਪਾਤਸ਼ਾਹ ਕਹਿੰਦੇ ਇਸੇ ਵਿੱਚ ਹੀ ਬਰਕਤ ਪੈ ਜੂਗੀ, ਕੋਈ ਨਾ ਲੈ ਜਾਓ। ਕਹਿੰਦੇ ਅਸੀਂ ਨਹੀਂ ਅਸੀਂ ਕੀਰਤਨ ਕਰਨ ਨਹੀਂ ਆਉਂਦੇ। ਮੁੜ ਕੇ ਉਹ ਦੁਬਾਰਾ ਕੀਰਤਨ ਕਰਨ ਨਾ ਆਏ। ਜਦੋਂ ਦੂਜੇ ਦਿਨ ਉਹ ਕੀਰਤਨ ਕਰਨ ਵਾਸਤੇ ਨਾ ਆਏ ਅਤੇ ਬਾਬਾ ਬੁੱਢਾ ਜੀ ਹੋਰਾਂ ਨੂੰ ਭੇਜਣਾ ਕੀਤਾ ਵੀ ਬੁਲਾ ਕੇ ਲਿਆਓ। ਬਾਬਾ ਬੁੱਢਾ ਗਏ, ਭਾਈ ਗੁਰਦਾਸ ਜੀ ਗਏ, ਨਾ ਆਏ। ਫਿਰ ਸਤਿਗੁਰੂ ਅਰਜਨ ਦੇਵ ਜੀ ਆਪ ਗਏ ਅਤੇ ਉਹਨਾਂ ਨੇ ਗੁਰੂ ਪਿਆਰਿਓ ਅੱਗੋਂ ਗੱਲਾਂ ਸੁਣਾਉਣੀਆਂ ਕੀਤੀਆਂ। ਹੁਣ ਤੁਹਾਨੂੰ ਪਤਾ ਸਾਡੀ ਲੋੜ ਦਾ, ਜੇ ਅਸੀਂ ਕੀਰਤਨ ਕਰਦੇ ਹਾਂ ਫਿਰ ਸਾਨੂੰ ਸੰਗਤ ਮੱਥੇ ਟੇਕਦੀ ਆ। ਤੂੰ ਬਾਬੇ ਨਾਨਕ ਤੋਂ ਗਿਣਨ ਲੱਗ, ਤੁਹਾਡੇ ਬਾਬੇ ਨਾਨਕ ਨਾਲ ਸਾਡਾ ਮਰਦਾਨਾ 84 ਕੀਰਤਨ ਕਰਦਾ ਸੀ, ਇਵੇਂ ਜਿਵੇਂ ਗਾਂ ਸਾਡੀ ਵੰਸ਼ੇ ਦੇ ਲੋਕ ਕਰਦੇ ਸਨ ਕੀਰਤਨ। ਜਦੋਂ ਇੱਦਾਂ ਦੀਆਂ ਗੱਲਾਂ ਕੁਝ ਨਿੰਦਿਆ ਭਰੀਆਂ ਕੀਤੀਆਂ ਅਤੇ ਸਤਿਗੁਰੂ ਅਰਜਨ ਦੇਵ ਕਹਿੰਦੇ ਤੁਸੀਂ ਫਿੱਟ ਗਏ, ਹੁਣ ਤੁਸੀਂ ਆਇਓ ਵੀ ਨਾ, ਤੁਹਾਡੀ ਲੋੜ ਨਹੀਂ ਆ ਹੁਣ। ਅਤੇ ਆ ਕੇ ਸਤਿਗੁਰੂ ਸੰਗਤਾਂ ਨੂੰ ਕਹਿੰਦੇ ਜਦੋਂ ਵੀ 3 ਜਣੇ ਉੱਠ ਕੇ ਕੀਰਤਨ 'ਤੇ ਬੈਠੋ ਅਤੇ ਕੀਰਤਨ ਕਰੋ। ਜਿਹਦੇ ਵੱਲ ਵੀ ਇਸ਼ਾਰਾ ਕੀਤਾ ਉਹ ਸੱਜ 'ਤੇ ਬੈਠ ਕੇ ਕੀਰਤਨ ਕਰਨ ਲੱਗੇ। ਕੀਰਤਨ ਹੋ ਗਿਆ ਅਤੇ ਮੁੜ ਕੇ ਉਹਨਾਂ ਦੇ ਬਾਰੇ ਪਾਤਸ਼ਾਹ ਜੀ ਕਹਿੰਦੇ ਉਹ ਫਿੱਟ ਗਏ ਹਨ, ਉਹਨਾਂ ਨੂੰ ਮੂੰਹ ਨਹੀਂ ਲਾਉਣਾ, ਕੋਈ ਉਹਨਾਂ ਨੂੰ ਮੇਰੇ ਕੋਲ ਲੈ ਕੇ ਨਾ ਆਵੇ। ਜਿਹੜਾ ਲੈ ਕੇ ਆਇਆ ਮੈਂ ਉਹਦਾ ਮੂੰਹ ਕਾਲਾ ਕਰੂੰਗਾ, ਸਾਰੇ ਸ਼ਹਿਰ 'ਚ ਘੁਮਾ ਦੂੰ ਮੂੰਹ ਕਾਲਾ ਕਰਕੇ। ਤੋ ਹੁਣ ਉਹਨਾਂ ਨੂੰ ਕੋਈ ਬੁਲਾਉਂਦਾ ਨਹੀਂ। ਮੋਹ ਇਸ ਮਨੈ ਨਚਾਏ, ਅੰਤਰ ਕਪਟ ਦੁੱਖ ਪਾਵਣਿਆ। ਅਤੇ ਹੁਣ ਉਹ ਫਿਰ ਭਟਕਣ ਲੱਗੇ ਵਿਚਾਰੇ। ਸੰਗਤਾਂ ਉਹਨਾਂ ਨੂੰ ਬੁਲਾਉਂਦੀਆਂ ਨਹੀਂ, ਗੁਰੂ ਨਾਲ ਨਹੀਂ ਲੈ ਕੇ ਆਉਂਦੀਆਂ, ਜੋੜਦੀਆਂ ਨਹੀਂ, ਮਿੰਨਤਾਂ ਬਹੁਤ ਕਰਦੇ ਆ, ਸਾਨੂੰ ਮਾਫੀ ਦਵਾ ਦਿਓ। ਅਖੀਰ ਇੱਕ ਲੱਧਾ ਪਰਉਪਕਾਰੀ ਲਾਹੌਰ ਦਾ ਸਿੱਖ ਹੋਇਆ, ਉਸ ਦੇ ਘਰ ਗਏ, ਉਹਨੂੰ ਬੇਨਤੀ ਕੀਤੀ ਵੀ ਸਾਨੂੰ ਇੱਕ ਵਾਰੀ ਗੁਰੂ ਸਾਹਿਬ ਕੋਲ ਲੈ ਚੱਲ, ਸਾਨੂੰ ਮਾਫੀ ਦਵਾ ਦੇ, ਸਾਥੋਂ ਗਲਤੀ ਹੋ ਗਈ। ਕਿਉਂਕਿ ਉਹਨਾਂ ਦੇ ਸਰੀਰ ਦੇ ਵਿੱਚ ਕੋਹੜ ਵੀ ਚੱਲ ਗਿਆ, ਭਾਵ ਲੱਤਾਂ ਬਾਹਾਂ ਤੋਂ ਪਾਣੀ ਖੂਨ ਜਾ ਵਗਣ ਲੱਗਿਆ, ਜ਼ਖਮ ਹੋ ਗਏ। ਹੁਣ ਕੋਈ ਇਹਨਾਂ ਵੱਲ ਝਾਕਦਾ ਨਹੀਂ ਸੀ, ਦੁਖੀ ਹੋ ਗਏ ਬਹੁਤ ਜ਼ਿਆਦਾ। ਅਖੀਰ ਲੱਧਾ ਪਰਉਪਕਾਰੀ ਇਹਨਾਂ ਨੂੰ ਲੈ ਕੇ ਆਇਆ।
पर लैके आउण तो पहला उन्हें गुरु का बचन पूरा किया, अपना मूँह आपे काला की तवे की कालस तो आप ही गधे ते बैठ के सारे शहर अमृतसर दे गेड़ा कढ़ दिता। तो गेड़ा कढ़ के मगर बहुत सारे बच्चे लगे हुए आ, चांह पए आ, पिछे पिछे सत्ता बलवंडा तुरे आउंदे आ। और जदों हरमंदर साहब दे नेड़े आए, पातशाह कंध विच बच्चियां दा रौला पिया। पातशाह ने पूछया भी ये कौन है, पता करो। तो पता किया जी ये लद्दा परोपकारी है, मूँह काला करके गधे ते चढ़िया होया ते मगर बहुत सारे बच्चे चांह दे नाल रौला पाउंदे आउंदे आ। ते मगर उहदे सत्ता बलवंडा रागी। अच्छा जाओ लैके आओ। कहने पहला लद्दे नूं सद्दिया पातशाह ने, कहने भी ये की कीता, तू मूँह काला क्यों कीता। कहना जी तुहाडा बचन सीगा, मैं इस करके कीता भी लद्दे अपने सत्ते बलवंडे हो रागियां नूं बख्श दिओ, माफ़ कर दे। पातशाह जी कहते वो तो नहीं बख्शे जाते। नहीं महाराज इदा ना करो जी, सज़ा होर देनी है तो मैनू दे लो, पर उन्होंने बख्श दिओ। अखीर पातशाह जी कहते चल बख्शे जाणगे जे दुबारे जेड़े मूँह नाल निंदिया की गुरु दी, उस मूँह नाल दुबारे सिफत करन, फिर बख्शे जाणगे। लद्दे परोपकारी का मूँह धवाया, हत्थ मूँह धोता, तो फिर सत्ते बलवंडे होरां नूं लिआंदा। तो फिर पातशाह जी उन्होंने कहते जेड़े बाबे नानक नूं माड़ा कहंदे सीगे भी साडे करके दुनिया नानक जाणदी आ, हुण दसो। कहते जी नहीं साडे करके नहीं नानक नूं जाणदे, नानक जी करके असीं मशहूर हो गए, मरदाने मरासी वर्गे सारे साडे वड्डे असीं, साथों गलती हो गई। फिर सतगुरां ने कहा उसकी सिफत करो, सिफत करके बख्शे जाओगे। फिर सतगुरां ने उन्होंने सिफत करन दा ढंग दस्सिया किवें करनी है। फिर सतगुरां ने शब्द उचारिया, राम कली की वार सत्तै बलवंडै ढूम आखी। पहला गुरु अर्जन देव जी ने उचार के दस्सिया भी इदां सिफत करो, फिर उन्होंने की ते इस तरह वो बख्शे गए, कोड़ भी ठीक हो गए। पर गुरु तो विछड़ के बंदा जदों माया पिछे भजदा, तन मन गुरमुख भगत जां आप कराए, परमेश्वर दे प्यारे जिहड़े हुंदे हन वो नाम जपदे आ, भगती करदे आ, पर मनमुखां दी गल करदे सी आपां। बहुताल पूरे बाजे बजाए, ना को सुने ना मन वसाए, माया का पिड़ बंद नाचै, दूजे भाए दुख पावणिया। दूजे भाए भाव गुरु नूं छड्ड के फिर होर किते प्रेम लाउणा, मोह लाउणा, वो दुखी हुंदे आ। जिस अंतर प्रीत लगै सो मुक्ता, जिन्हां दे अंदर गुरु दे नाल प्रीति लग जाती है वो मुक्त हो जाते हैं, मोह माया तो उच्चे उठ जाते हैं। इंद्री वासच संयम जुगता, जिन्हां ने अपने कर्म इंद्रियां नूं, ज्ञान इंद्रियां नूं वस कर लिया, अपनियां इंद्रियां नूं वस विच करके सच दे नाल जुड़ गए, संयम सबर संतोख नाल जुड़ गए। इहो वड्डी जुगत है, वो मुक्त हो जाते हैं। इंद्री वस सच संयम जुगता, गुर कै शब्द सदा हर ध्याए, इहा भगत हर भावने। सतगुर नूं इहो ही गल भाउंदी है, जिहड़ा गुरु का शब्द लै करके उस नूं गाउणा, गुरु के शब्द नाल जुड़ना, जिहड़े गुरु के शब्द नूं ध्याउंदे हन, सिमरदे हन, यही ही भगती परमेश्वर नूं चंगी लगदी है। तो जदों भगती साडी परमेश्वर नूं चंगी लगी तो असीं उहनूं भा गए। जिवें गुरु अमरदास महाराज जी कहंदे, कौन मैनूं चंगा लगदा है,
ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣਾ ਭਾਣੈ ਜੋ ਚੱਲੈ ਭਾਈ, ਵਿਛੜ ਦੋਖਾ ਵਿਛੜ ਚੋਟਾਂ ਖਾਵੈ। ਬਿਨ ਸਤਿਗੁਰ ਸੋ ਕਦੇ ਨ ਪਾਵੈ ਭਾਈ, ਫਿਰ ਪਛੋਤਾਵੈ। ਜਿਹੜੇ ਆਪਣੀ ਮਨਮਰਜ਼ੀ ਕਰਦੇ ਆ, ਪਾਤਸ਼ਾਹ ਜੀ ਕਹਿੰਦੇ ਉਹ ਵਿਛੜ ਜਾਂਦੇ ਆ, ਫਿਰ ਦੁਖੀ ਹੁੰਦੇ ਆ, ਪਛਤਾਉਂਦੇ ਆ। ਜਿਸ ਅੰਤਰ ਪ੍ਰੀਤ ਲੱਗੇ ਸੋ ਮੁਕਤਾ, ਜਿਨ੍ਹਾਂ ਦੀ ਗੁਰੂ ਨਾਲ ਪ੍ਰੀਤੀ ਲੱਗੀ ਉਹ ਸੰਸਾਰ ਸਮੁੰਦਰ ਚੋਂ ਨਿਕਲ ਜਾਂਦੇ, ਭੱਜ ਦੌੜ ਚੋਂ ਮੁਕਤ ਹੋ ਜਾਂਦੇ, ਸਥਿਰ ਹੋ ਜਾਂਦੇ। ਉਹਨਾਂ ਦਾ ਮਾਇਆ ਮਗਰ ਨੱਚਣਾ ਬੰਦ ਹੋ ਜਾਂਦਾ। ਆਪਣੀਆਂ ਇੰਦਰੀਆਂ ਨੂੰ, ਆਪਣੀ ਸੁਰਤ ਸੋਚ ਨੂੰ, ਆਪਣੇ ਅੰਤਸ਼ਕਰਨ ਨੂੰ, ਮਨ ਬੁੱਧ ਚ ਅਹੰਕਾਰ ਨੂੰ ਬਦਲ ਕਰਕੇ ਬਾਣੀ ਨਾਲ ਜੋੜ ਲੈਂਦੇ ਹਨ। ਉਹਨਾਂ ਦੇ ਅੰਦਰ ਸਬਰ ਸੰਤੋਖ ਦੀ ਜੁਗਤੀ ਪੈਦਾ ਹੋ ਜਾਂਦੀ ਆ। ਹੋਰਤ ਭਗਤ ਨ ਪਾਏ ਕੋਈ, ਇਸ ਤੋਂ ਚੰਗੀ ਪਾਤਸ਼ਾਹ ਜੀ ਕਹਿੰਦੇ ਹੋਰ ਕੋਈ ਗੱਲ ਨਹੀਂ। ਹੋਰਤ ਭਗਤ ਨ ਪਾਏ ਕੋਈ, ਨਾਨਕ ਨਾਮ ਭਗਤੀ ਪਾਈਐ। ਕਹਿੰਦੇ ਹੋ ਕੋਈ ਜੁਗਤ ਦੇ ਨਾਲ ਬੰਦਾ ਸੁਖੀ ਨਹੀਂ ਹੋ ਸਕਦਾ। ਇੰਦਰੀ ਵਸ ਸੰਜਮ ਯੁਗਤਾ, ਗੁਰ ਕੈ ਸ਼ਬਦ ਸਦਾ ਹਰ ਧਿਆਏ। ਇਹਾ ਭਗਤ ਹਰ ਭਾਵਨਿਆ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣਾ ਭਾਣੈ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਬਿਨ ਸਤਿਗੁਰ ਸੋ ਕਦੇ ਨ ਪਾਵੈ ਭਾਈ, ਫਿਰ ਪਛੋਤਾਵੈ। ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਵਿਖ ਦੋ ਕਾਟੇ, ਆਪੇ ਮਿਲਾਈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੂੰ ਉਹ ਜੀਵ ਚੰਗੇ ਲੱਗਦੇ ਹੈ ਜਿਹੜੇ ਸਬਰ ਸੰਤੋਖ ਨਾਲ ਪਰਮੇਸ਼ਰ ਨਾਲ ਜੁੜੇ ਰਹਿੰਦੇ। ਇਹਾ ਭਗਤ ਹਰ ਭਾਵਨਿਆ, ਇਹੋ ਗੱਲ ਉਹਨੂੰ ਭਾਉਂਦੀ ਆ। ਗੁਰਮੁਖ ਭਗਤ ਜੁਗ ਚਾਰੇ ਹੋਈ, ਗੁਰੂ ਵਾਲੇ ਬਣ ਕੇ, ਗੁਰਮੁਖ ਦਾ ਭਾਵ ਹੈ ਗੁਰੂ ਵਾਲੇ ਬਣ ਕੇ, ਗੁਰਮਤਿ ਅਨੁਸਾਰ ਚੱਲ ਕੇ ਹੀ ਚਾਰਾਂ ਯੁੱਗਾਂ ਤੋਂ ਜੀਵਾਂ ਨੇ ਭਗਤ ਕੀਤੀ। ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਪਿਛਲੇ ਚਾਰਾਂ ਯੁੱਗਾਂ ਤੋਂ ਭਾਵ ਲੰਬੇ ਸਮੇਂ ਤੋਂ ਲੈ ਕੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ, ਗੁਰੂ ਦੇ ਲੜ ਲੱਗ ਕੇ, ਗੁਰੂ ਵਾਲੇ ਬਣ ਕੇ, ਹੋਰਤ ਭਗਤ ਨ ਪਾਏ ਕੋਈ, ਹੋਰ ਕੋਈ ਜੁਗਤ ਨਹੀਂ। ਭਾਵ ਜੇ ਕੋਈ ਕਹੇ ਕਿ ਗੁਰੂ ਵਾਲੇ ਬਣਨ ਤੋਂ ਬਗੈਰ ਕੰਮ ਚੱਲ ਜੂਗਾ, ਪਾਤਸ਼ਾਹ ਕਹਿੰਦੇ ਨਹੀਂ, ਹੋਰ ਕੋਈ ਢੰਗ ਨਹੀਂ ਹੈ। ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰਤ ਭਗਤ ਨ ਪਾਏ ਕੋਈ, ਹੋਰ ਕੋਈ ਢੰਗ ਨਹੀਂ ਹੈ। ਜਿਸ ਤਰ੍ਹਾਂ ਸੱਤਾ ਬਲਵੰਡਾ ਵਿਛੜ ਗਏ, ਉਹਨਾਂ ਨੇ ਕੋਸ਼ਿਸ਼ ਕੀਤੀ ਅਸੀਂ ਬਾਹਰ ਦੀ ਬਾਹਰ ਕੰਮ ਕਰ ਲਾਂਗੇ, ਗੁਰੂ ਤੋਂ ਵਿਛੜ ਗਏ, ਤੇ ਜਿੰਨਾ ਚਿਰ ਆ ਕੇ ਦੁਬਾਰਾ ਗੁਰੂ ਨੂੰ ਮਿਲੇ ਨਹੀਂ, ਉਹਨਾਂ ਨੂੰ ਸ਼ਾਂਤੀ ਨਹੀਂ ਆਈ। ਗੁਰੂ ਤੋਂ ਵਿਛੜ ਕਰਕੇ ਸਾਰਾ ਕੰਮ ਖਰਾਬ ਹੋ ਗਿਆ, ਸਰੀਰ ਤੇ ਕੋੜ ਦੀ ਤਰ੍ਹਾਂ ਹੋ ਗਿਆ, ਸਰੀਰ ਸਾਰਾ ਸਿਸਟਮ ਖਰਾਬ ਹੋ ਗਿਆ, ਬਾਣੀ ਛੱਡ ਗਏ ਸੀ। ਤਾਂ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਦੁਬਾਰਾ ਕਿਹਾ ਪਰਮੇਸ਼ਰ ਦੀ ਸਿਫਤ ਕਰੋ, ਫਿਰ ਚੱਲਣੀ ਲੱਗ ਜਾਓਗੇ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੋਰਥ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਨਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਜੀ ਕਹਿੰਦੇ ਹਨ, ਤੀਸਰੇ ਪਾਤਸ਼ਾਹ, ਜਿਹੜਾ ਜੀਵ ਸਤਿਗੁਰ ਤੋਂ ਬੇਮੁਖ ਹੋ ਗਏ, ਉਹ ਦੁਬਾਰਾ ਜਿੰਨਾ ਚਿਰ ਆ ਕੇ ਮਿਲਦਾ ਨਹੀਂ, ਓਨਾ ਚਿਰ ਉਹਨੂੰ ਸ਼ਾਂਤੀ ਨਹੀਂ ਆ ਸਕਦੀ। ਚਾਹੇ ਉਹ 40 ਮੁਕਤੇ ਆ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ,
ਚਾਹੇ ਉਹ ਸੱਤਾ ਬਲਵੰਡਾ ਹਨ। ਜਿੰਨਾ ਚਿਰ ਦੁਬਾਰਾ ਕੰਨ ਵਿੱਚ ਗੁਰੂ ਦਾ ਬਚਨ ਨਹੀਂ ਪੈਂਦਾ ਓਨਾ ਚਿਰ ਸ਼ਾਂਤੀ ਨਹੀਂ ਆਉਂਦੀ। ਇਸ ਕਰਕੇ ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ, ਇੰਦਰੀ ਵਸ ਸਤ ਸੰਜਮ ਜੁਗਤਾ। ਜਿਨ੍ਹਾਂ ਦੇ ਅੰਦਰ ਗੁਰੂ ਦੇ ਪ੍ਰਤੀ ਪ੍ਰੀਤੀ ਹੈ, ਪਿਆਰ ਹੈ, ਇੰਦਰੀਆਂ ਨੂੰ ਵਸ ਕਰਕੇ ਇਹ ਰਸਨਾ ਤੋਂ ਅਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਰਸਨਾ ਤੂੰ ਨਾਮ ਜਾ। ਨੇਤਰਾਂ ਨੂੰ ਕਿਹਾ ਤੁਸੀਂ ਦਰਸ਼ਨ ਕਰੋ, ਕੰਨਾਂ ਨੂੰ ਕਿਹਾ ਤੁਸੀਂ ਸ਼ਬਦ ਸੁਣੋ। ਜਦੋਂ ਇਹਨਾਂ ਇੰਦਰੀਆਂ ਨੂੰ ਸੰਸਾਰ ਵੱਲੋਂ ਮੋੜ ਕੇ ਸ਼ਬਦ ਨਾਲ ਜੋੜਨਾ ਕੀਤਾ, ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਭਾਵਣਿਆ। ਗੁਰੂ ਦੇ ਸ਼ਬਦ ਨਾਲ ਜੁੜ ਕੇ ਜਿਹੜੇ ਹਮੇਸ਼ਾ ਪਰਮੇਸ਼ਰ ਨੂੰ ਜਪਦੇ ਹਨ, ਉਹਨਾਂ ਨੂੰ ਪਰਮੇਸ਼ਰ ਆਪਣੇ ਚਰਨੀ ਲਾਉਂਦਾ ਹੈ। ਗੁਰਮੁਖ ਭਗਤ ਜੁਗ ਚਾਰੇ ਹੋਈ, ਚਾਰਾਂ ਜੁਗਾਂ ਤੋਂ ਗੁਰੂ ਵਾਲੇ ਬਣ ਕੇ ਹੀ ਭਗਤੀ ਹੋਈ। ਪੁੱਛੋ ਬ੍ਰਹਮੈ ਨਾਰਦੈ, ਗੁਰਬਿਨ ਤਰਿਆ ਨਾ ਕੋਈ। ਜਿਤਨੇ ਵੀ ਵੱਡੇ ਵੱਡੇ ਭਗਤ ਹੋਏ, ਉਹਨਾਂ ਚਿਰ ਉਹਨਾਂ ਦੀ ਮੁਕਤੀ ਨਹੀਂ ਹੋਈ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣੇ, ਗੁਰੂ ਦੇ ਲੜ ਨਹੀਂ ਲੱਗੇ। ਜਿਸ ਤਰ੍ਹਾਂ ਸੁਖਦੇਵ ਮੁਨੀ, ਜਿਸ ਦੀ ਬੜੀ ਤਪੱਸਿਆ ਸੀ, ਪਰ ਉਹਦਾ ਵੀ ਉਧਾਰ ਗੁਰੂ ਦੇ ਲੱਗ ਕੇ ਹੀ ਹੋਇਆ। ਇਸ ਕਰਕੇ ਗੁਰਮੁਖ ਭਗਤ ਜੁਗ ਚਾਰੇ ਹੋਈ। ਗੁਰਮੁਖਾਂ ਦੀ ਭਗਤੀ ਚਾਰਾਂ ਜੁਗਾਂ ਤੋਂ ਤੁਸੀਂ ਸਾਖੀਆਂ ਕਹਾਣੀਆਂ ਸੁਣੀਆਂ। ਹੋਰ ਤਾਂ ਭਗਤ ਨਾ ਪਾਏ ਕੋਈ, ਹੋਰ ਕਿਸੇ ਤਰ੍ਹਾਂ ਦੀ ਭਗਤੀ ਨਹੀਂ ਹੈ। ਨਾਨਕ ਨਾਮ ਗੁਰ ਭਗਤੀ ਪਾਈਏ, ਗੁਰ ਸ਼ਬਦੀ ਚਿਤ ਲਾਵਣਿਆ। ਤਾਂ ਤੇ ਤੀਜੇ ਪਾਤਸ਼ਾਹ ਜੀ ਸ਼ਬਦ ਦੇ ਆਖਰੀ ਪਦੇ ਵਿੱਚ ਲਿਖਦੇ ਹਨ, ਆਓ ਪਰਮੇਸ਼ਰ ਦੇ ਬਖਸ਼ੇ ਨਾਨਕ ਨਾਮ, ਗੁਰੂ ਦੇ ਬਖਸ਼ੇ ਨਾਮ ਨੂੰ ਲੈ ਕੇ ਜਪਨਾ ਕਰੀਏ। ਵਾਹਿਗੁਰੂ ਵਾਹਿਗੁਰੂ ਇਹ ਭਗਤੀ ਹੈ, ਪ੍ਰੇਮਾ ਭਗਤੀ ਹੈ। ਨਾਨਕ ਨਾਮ ਗੁਰ ਸ਼ਬਦੀ ਪਾਈ ਹੈ, ਨਾਨਕ ਨਾਮ ਗੁਰ ਭਗਤੀ ਪਾਈ ਹੈ। ਗੁਰੂ ਦੇ ਕੋਲੋਂ ਨਾਮ ਮਿਲੇਗਾ, ਫਿਰ ਸਾਡੀ ਭਗਤੀ ਚੱਲੇਗੀ। ਗੁਰ ਚਰਨੀ ਚਿਤ ਲਾਵਣਿਆ, ਫਿਰ ਮਨੁੱਖ ਦੇ ਅੰਦਰ ਪ੍ਰੇਮਾ ਭਗਤੀ ਪ੍ਰਗਟ ਹੋਵੇਗੀ। ਜੀਵ ਗੁਰੂ ਦੇ ਚਰਨਾਂ ਨਾਲ ਜੁੜੇਗਾ ਅਤੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕਰਕੇ ਜੀਵਨ ਸਫਲਾ ਕਰੇਗਾ। ਜਿਸ ਤਰ੍ਹਾਂ ਇੱਕ ਮਨੁੱਖ ਰਾਜਾ, ਜਿਸ ਵੇਲੇ ਉਸ ਨੂੰ ਪਤਾ ਲੱਗਿਆ ਕਿ ਬੰਦੇ ਨੂੰ ਗੁਰੂ ਵਾਲੇ ਬਣਨਾ ਚਾਹੀਦਾ, ਉਹ ਗੁਰੂ ਵਾਲਾ ਬਣਨ ਵਾਸਤੇ ਘਰੋਂ ਨਿਕਲ ਗਿਆ, ਭਗਤੀ ਕਰਨ ਵਾਸਤੇ ਜੰਗਲਾਂ ਵੱਲ ਚੱਲ ਪਿਆ। ਅਤੇ ਉਸਨੇ ਮਨ ਵਿੱਚ ਇੱਕ ਫੁਰਨਾ ਬਣਾ ਲਿਆ, ਬਈ ਜਿਹੜਾ ਵੀ ਮੈਨੂੰ ਗੁਰੂ ਮਿਲੇਗਾ, ਜਿਹੜਾ ਮਨੁੱਖ ਮਿਲੇਗਾ, ਮੈਂ ਉਸੇ ਨੂੰ ਗੁਰੂ ਧਾਰਨ ਕਰ ਲਵਾਂਗਾ। ਪਰ ਹੋਇਆ ਕਿ ਇਸ ਰਾਜੇ ਨੂੰ ਜਾਣਨ ਵਾਲਾ ਕੋਈ ਚੋਰ ਇਹਦੇ ਮਗਰ ਲੱਗ ਗਿਆ। ਸੋਚਿਆ ਕਿ ਇਹਦੇ ਕੋਲ ਕੋਈ ਖਜ਼ਾਨਾ ਜ਼ਰੂਰ ਹੋਵੇਗਾ। ਉਹ ਇਹਦੇ ਮਗਰ ਲੱਗਿਆ, ਇਹਦੇ ਸੌਣ ਦੀ ਉਡੀਕ ਕਰਨ ਲੱਗਿਆ। ਜਦੋਂ ਇਹ ਸੌਂ ਜਾਵੇ, ਕਿਤੇ ਜਾ ਕੇ ਅਵੇਸਲਾ ਹੋ ਜਾਵੇ, ਮੈਂ ਇਸ ਦੀ ਚੋਰੀ ਕਰ ਲਵਾਂ। ਪਰ ਰਾਜਾ ਨਾ ਸੁੱਤਾ, ਰਾਜਾ ਉਡੀਕਦਾ ਰਿਹਾ ਅਤੇ ਅਖੀਰ ਇਹ ਰਾਜੇ ਦੇ ਸਾਹਮਣੇ ਚਲਿਆ ਗਿਆ। ਅਤੇ ਰਾਜਾ ਇਸ ਨੂੰ ਦੇਖ ਕਰਕੇ ਕਹਿਣ ਲੱਗਿਆ, ਆਓ ਮਹਾਰਾਜ, ਮੈਂ ਤੁਹਾਨੂੰ ਆਪਣਾ ਗੁਰੂ ਮੰਨਦਾ, ਮੈਨੂੰ ਗੁਰਮੰਤਰ ਦੱਸੋ। ਅਤੇ ਗੁਰੂ ਪਿਆਰਿਓ, ਚੋਰ ਕਹਿਣ ਲੱਗਿਆ, ਚੋਰ ਨੇ ਸੋਚਿਆ ਵੀ ਇਹ ਤਾਂ ਉਲਟ ਸਮਝੀ ਬੈਠਾ, ਮੈਨੂੰ ਗੁਰੂ ਸਮਝੀ ਜਾਂਦਾ। ਰਾਜਾ ਕਹਿੰਦਾ, ਬਸ ਠੀਕ ਹੈ, ਤੁਸੀਂ ਮੇਰੇ ਗੁਰੂ ਹੋ, ਮੈਨੂੰ ਕੋਈ ਮੰਤਰ ਦੱਸੋ। ਜੋ ਚੋਰ ਤਾਂ ਹੁਣ ਚੋਰੀ ਕਰਨ ਆਇਆ ਸੀ ਅਤੇ ਉਸਨੇ ਠੱਗੀ ਮਾਰਨੀ ਸੀ। ਉਹ ਕਹਿਣ ਲੱਗਿਆ, ਫਿਰ ਇੱਦਾਂ ਕਰ, ਭੇਟਾ ਦੇ।
ਜਿਹੜਾ ਕੋਈ ਤੇਰੇ ਕੋਲ ਹੈਗਾ ਦੇ ਦੇ। ਤੇ ਕਹਿੰਦਾ ਰਾਜੇ ਦੀ ਜੇਬ ਵਿੱਚ ਲਾਲ ਸੀ, ਉਹਨੇ ਲਾਲ ਸਾਹਮਣੇ ਰੱਖ ਦਿੱਤਾ, ਕਹਿੰਦੇ ਆ ਮੇਰੇ ਕੋਲ ਹੈਗਾ। ਕਹਿੰਦੇ ਠੀਕ ਆ, ਹੁਣ ਮੈਂ ਤੈਨੂੰ ਮੰਤਰ ਦੱਸਦਾ ਵੀ ਤੂੰ ਇੱਥੇ ਹੀ ਬੈਠਾ ਰਹਿ। ਮੰਤਰ ਤਾਂ ਹੁਣ ਉਹ ਚੋਰ ਨੂੰ ਕੋਈ ਪਤਾ ਨਹੀਂ ਸੀਗਾ। ਉਹ ਕਹਿਣ ਲੱਗਿਆ ਵੀ ਤੂੰ ਇੱਥੇ ਬੈਠਾ ਰਹਿ ਜਿੰਨਾ ਚਿਰ ਮੈਂ ਦੁਬਾਰੇ ਨਾ ਆਵਾਂ। ਉਹਦਾ ਮਕਸਦ ਸੀ ਇਹਨੂੰ ਇੱਥੇ ਬਿਠਾ ਜਾਣਾ ਤੇ ਮੁੜ ਕੇ ਮੈਂ ਦੇਖੀ ਜਾਊਗੀ, ਆਪਾਂ ਚਲੇ ਜਾਣੇ। ਇੱਦਾਂ ਹੀ ਹੋਇਆ। ਰਾਜਾ ਉੱਥੇ ਬੈਠਾ ਰਿਹਾ। ਗੁਰੂ ਪਿਆਰਿਓ, ਬੈਠੇ ਬੈਠੇ ਦਾ ਸੁਰਤ ਜੁੜ ਗਿਆ, ਧਿਆਨ ਜੁੜ, ਤੇ ਅਖੀਰ ਉਹ ਚੋਰ ਜਿਹੜਾ ਸੀਗਾ ਲੈ ਕਰਕੇ ਉਹ ਲਾਲ ਚਲਿਆ ਗਿਆ। ਮੁੜ ਕੇ ਕਿਹਨੇ ਆਉਣਾ ਸੀ? ਇੱਧਰ ਰਾਜਾ ਉਹਦੇ ਧਿਆਨ ਵਿੱਚ ਬੈਠਾ ਸੀ, ਇਹਦਾ ਧਿਆਨ ਜੁੜਿਆ ਤੇ ਪਰਮੇਸ਼ਰ ਨਾਲ ਧਿਆਨ ਜੁੜ ਗਿਆ ਤੇ ਪਰਮੇਸ਼ਰ ਜਿਹੜਾ ਸੀਗਾ ਉਹ ਪ੍ਰਗਟ ਹੋਇਆ ਤੇ ਰਾਜੇ ਨੂੰ ਕਹਿੰਦਾ ਵੀ ਕਿਵੇਂ ਬੈਠਾ ਭਾਈ? ਉਹ ਕਹਿੰਦਾ ਮੈਨੂੰ ਮੇਰਾ ਗੁਰੂ ਬਿਠਾ ਗਿਆ। ਕਾਹਦੇ ਵਾਸਤੇ? ਰੱਬ ਨੂੰ ਪਾਉਣ ਵਾਸਤੇ। ਤੇ ਰੱਬ ਕਹਿਣ ਲੱਗਿਆ ਮੈਂ ਹੀ ਰੱਬ ਹਾਂ, ਹੋਰ ਕਿਹੜਾ ਰੱਬ ਆ? ਚਲ ਆ ਚੱਲੀਏ। ਉਹ ਰਾਜਾ ਕਹਿਣ ਲੱਗਿਆ ਵੀ ਮੈਂ ਤਾਂ ਤੈਨੂੰ ਜਾਣਦਾ ਨਹੀਂ ਵੀ ਤੂੰ ਰੱਬ ਹੋਏਗਾ, ਮੈਂ ਤਾਂ ਆਪਣੇ ਗੁਰੂ ਨੂੰ ਪੁੱਛੂੰਗਾ। ਜੇ ਉਹਨੇ ਸਹਿਤੀ ਪਾਤੀ ਹਾਂ ਇਹੀ ਰੱਬ ਹੈ, ਇਹੀ ਪਰਮੇਸ਼ਰ ਹੈ, ਫਿਰ ਮੈਂ ਜਾਊਂਗਾ। ਹੁਣ ਪਰਮੇਸ਼ਰ ਨੂੰ ਫਿਕਰ ਪਿਆ, ਕਿਉਂਕਿ ਇਹਦੀ ਭਗਤੀ ਤਪੱਸਿਆ ਬਹੁਤ ਜ਼ਿਆਦਾ ਹੋ ਗਈ। ਕਹਿੰਦੇ ਜਦੋਂ ਕੋਈ ਧਰਤੀ 'ਤੇ ਤਪੱਸਿਆ ਕਰਦਾ, ਭਜਨ ਕਰਦਾ, ਤੇ ਪਰਮੇਸ਼ਰ ਦੇ ਤਖਤ ਵੀ ਡੋਲ ਜਾਂਦੇ। ਫਿਰ ਪਰਮੇਸ਼ਰ ਉਹਨਾਂ ਨੂੰ ਲੈਣ ਵਾਸਤੇ ਆਉਂਦਾ। ਜਿਸ ਵੇਲੇ ਪਰਮੇਸ਼ਰ ਲੈਣ ਆਇਆ ਤੇ ਰਾਜਾ ਕਹਿੰਦੇ ਜਾਵੇ ਨਾ, ਤੇ ਫਿਰ ਪਰਮੇਸ਼ਰ ਨੂੰ ਇਹਦਾ ਗੁਰੂ ਲੱਭਣਾ ਪਿਆ। ਉਹ ਚੋਰ ਜਿੱਥੇ ਵੀ ਕਿਤੇ ਫਿਰਦਾ ਸੀ ਉਹਦੇ ਕੋਲੇ ਪਹੁੰਚਿਆ। ਪਰਮੇਸ਼ਰ ਕਿਸੇ ਤਰ੍ਹਾਂ ਭਾਈ ਤੂੰ ਕਿਸੇ ਦਾ ਗੁਰੂ ਬਣਿਆ ਸੀਗਾ ਤੇ ਉਹਨੂੰ ਜਾ ਕੇ ਠਾ ਕੇ ਤਾਂ ਲਿਆ। ਕਹਿੰਦਾ ਮੈਂ ਕਿਹਦਾ ਗੁਰੂ ਬਣਿਆ? ਕਹਿੰਦੇ ਤੈਨੂੰ ਪਤਾ ਨਹੀਂ ਗਾ, ਇੱਕ ਰਾਜੇ ਦੇ ਕੋਲੋਂ ਲਾਲ ਲੈ ਕੇ ਆ ਗਿਆ ਤੇ ਉਹਨੂੰ ਉੱਥੇ ਬਿਠਾ ਕੇ ਆ ਗਿਆ। ਮੇਰੇ ਆਉਣ ਤੋਂ ਬਗੈਰ ਉੱਠਣਾ ਨਹੀਂ ਤੇ ਚੱਲ ਕੇ ਠਾ ਉਹਨੂੰ। ਇਹ ਸੁਣ ਕਰਕੇ ਚੋਰ ਚਲਿਆ ਗਿਆ। ਕਹਿੰਦੇ ਉੱਥੇ ਤਿੰਨੇ ਪ੍ਰਗਟ ਹੋ ਗਏ। ਰਾਜਾ ਤਾਂ ਬੈਠਾ ਹੀ ਆ, ਚੋਰ ਵੀ ਪਹੁੰਚ ਗਿਆ ਤੇ ਪਰਮੇਸ਼ਰ ਵੀ ਪ੍ਰਗਟ ਹੋ ਗਏ। ਤੇ ਚੋਰ ਕਹਿਣ ਲੱਗਿਆ ਰਾਜੇ ਨੂੰ ਇਹੋ ਹੀ ਪਰਮੇਸ਼ਰ ਹੈ, ਜਾਂ ਚਲਿਆ ਜਾ, ਤੇਰਾ ਭਲਾ ਹੋ ਗਿਆ, ਤੇਰਾ ਉਧਾਰ ਹੋ ਗਿਆ। ਜਦੋਂ ਰਾਜਾ ਉਸ ਨੂੰ ਪਰਮੇਸ਼ਰ ਲਿਜਾਣ ਲੱਗਿਆ ਤੇ ਰਾਜਾ ਕਹਿੰਦਾ ਮੇਰੇ ਗੁਰੂ ਨੂੰ ਵੀ ਲੈ ਕੇ ਚੱਲੋ। ਤੇ ਪਰਮੇਸ਼ਰ ਕਹਿੰਦੇ ਚੋਰ ਹੈ, ਇਹਦਾ ਛੱਡ ਖਿਆਲ, ਤੂੰ ਚੱਲ। ਕਹਿੰਦਾ ਨਾ, ਕੁਛ ਵੀ ਹੈ ਇਹਦੇ ਰਾਹੀਂ ਤੂੰ ਮੈਨੂੰ ਮਿਲਿਆ ਤੇ ਇਸ ਕਰਕੇ ਇਹਦਾ ਵੀ ਉਧਾਰ ਕਰੋ। ਕਈ ਵਾਰੀ ਐਸਾ ਵੀ ਹੋ ਜਾਂਦਾ, ਉਹ ਚੋਰ ਦਾ ਵੀ ਉਧਾਰ ਹੋ ਗਿਆ, ਰਾਜੇ ਦਾ ਵੀ ਹੋ ਗਿਆ ਪਰਮੇਸ਼ਰ ਦੀ ਕਿਰਪਾ ਨਾਲ। ਮਤਲਬ ਪੁੱਛੋ ਬ੍ਰਹਮੈ ਨਾਰਦੈ ਗੁਰਬਿਨ ਤਰਿਆ ਨਾ ਕੋਈ। ਅੱਜ ਤੱਕ ਜਿਨ੍ਹਾਂ ਨੇ ਵੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਗੁਰੂ ਵਾਲੇ ਬਣ ਕੇ ਕੀਤੀ ਹੈ। ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਦਿਨ ਰਾਤ, ਜਾ ਕੀ ਕੋਈ ਨਾ ਮੇਟੈ ਦਾਤ। ਪਾਤਸ਼ਾਹ ਜੀ ਪਦੇ ਦੀਆਂ ਸ਼ਬਦ ਦੇ ਆਖਰੀ ਪਦੇ ਵਿੱਚ ਕਹਿ ਰਹੇ ਸੀ, ਗੁਰਮੁਖ ਭਗਤ ਜੁਗ ਚਾਰ ਹੋਈ, ਚਾਰਾਂ ਜੁਗਾਂ ਤੋਂ ਹੀ ਗੁਰੂ ਵਾਲੇ ਬਣ ਕੇ ਹੀ ਭਗਤੀ ਹੋਈ ਆ। ਜੇ ਕੋਈ ਕਹੇ ਨਾ ਬਿਨਾਂ ਗੁਰੂ ਤੋਂ ਮੇਰਾ ਉਧਾਰ ਹੋ ਜਾਵੇਗਾ ਤਾਂ ਮੁਸ਼ਕਲ ਹੈ। ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰਤ ਭਗਤ ਨਾ ਪਾ ਕੋਈ। ਗੁਰੂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਕਬੀਰ ਸਾਹਿਬ ਨੂੰ ਵੀ ਗੁਰੂ ਧਾਰਨ ਵਾਸਤੇ ਦੇਖੋ ਕੈਸਾ ਕੌਤਕ ਕਰ। ਜਿਹੜੇ ਮੌਕੇ ਦੇ ਧਰਮ ਦੇ ਮੁਖੀ ਬ੍ਰਾਹਮਣ ਸਨ, ਉਹ ਆਮ ਜਨਤਾ ਨੂੰ ਸ਼ੂਦਰ ਕਹਿ ਕਹਿ ਕੇ ਧਰਮਾਂ ਤੋਂ, ਮੰਦਰਾਂ ਤੋਂ ਦੂਰ ਰੱਖਦੇ ਸਨ। ਤੇ ਉਹਨਾਂ ਸਮਿਆਂ ਦਾ ਇੱਕ ਭਗਤ ਹੋਇਆ ਰਾਮਾਨੰਦ। ਤੇ ਉਹ ਰਾਮਾਨੰਦ ਉਹਨਾਂ ਸਮਿਆਂ ਦੇ ਵਿੱਚ ਸੰਸਾਰ ਨੂੰ ਗੁਰਮੰਤਰ ਵੀ ਦਿੰਦਾ ਸੀ, ਪਰ ਕਬੀਰ ਸਾਹਿਬ ਨੂੰ ਦੁਨੀਆ ਨੇ ਸ਼ੂਦਰ ਕਿਹਾ ਸੀ, ਜਲਾਹਾ ਕਿਹਾ ਸੀਗਾ। ਤੇ ਇਹ ਜਿਹੜੇ ਉਹਨਾਂ ਦੇ ਪੈਰੋਕਾਰ ਸੀ ਬ੍ਰਾਹਮਣ ਰਾਮਾਨੰਦ ਦੇ, ਉਹ ਨੇੜੇ ਨਹੀਂ ਸੀ ਜਾਣ ਦਿੰਦੇ। ਤਾਂ ਅੱਧੀ ਰਾਤ ਨੂੰ ਭਗਤ ਕਬੀਰ ਸਾਹਿਬ ਜੀ ਉੱਠੇ। ਜਿਹੜੇ ਰਸਤੇ ਗੰਗਾ ਦੇ ਉੱਤੇ ਰਾਮਾਨੰਦ ਇਸ਼ਨਾਨ ਕਰਨ ਵਾਸਤੇ ਜਾਂਦਾ ਨਦੀ 'ਤੇ,
उस डंडी ते उस रस्ते ते टेढ़े पै गए। जिस वेले रामानंद उधर चलिया तो रस्ते में जांदिया जांदिया अमृत वेले गया, हनेरा सीगा, ठेडा वजया, ठेडा फील किया थले कोई मनुख पिया है, तो उसकी बांह फड़ के कबीर साहब नूं उठाया ते नाले बचन किया, ओ राम दे राम कहो, राम कहण दा समा है। उथों भगत कबीर जी नूं गुरमंत्र मिलिया तो फिर उन्होंने राम राम जप के परमेश्वर की प्राप्ति की। परमेश्वर का रूप हो गए, अब तो जाए चढ़े सिंहासन, मिले है राम, मिले है सारंग पानी, राम कबीरा एक भय है, कोई न सके पछाणी। एकमिक हो गए। इस करके गुरु वाले बनना बहुत जरूरी है। सतगुर ने सबनों हुक्म दिता है, गुरु वाले बनो, गुरु दे लड़ लगो, गुरु बिना नहीं तरिया जाना। ते नाल फिर ये भी कहता, जिहड़े नहीं मनते फिर कर्मी आपो अपनी के नेड़ा के दूर, फिर आपो अपने कर्म है भाई, जे बन जाओगे तो तुहाडा भला हो जाना है। तो पातशाह जी कहते, गुरमुख भगत जुग चारे होई, होरत भगत भगत न पाए कोई, नानक नाम गुर भगती पाईए। गुरु दे कोलों परमेश्वर का नाम लै करके फिर गुरु की भगती जिमें सतगुरु अमरदास जी ने की, जिमें सतगुरु श्री गुरु अमरदास महाराज जी ने गुरु की सेवा की, पानी ढोके। भाई जेठा जी ने गुरु अमरदास महाराज जी सेवा की। गुरु अर्जन देव जी ने अपने पिता गुरु रामदास पातशाह जी का हुक्म मन्निया, सेवा की। इस तरह जिन्हों ने नहीं पाया, गुरु की भगती करके सेवा करके पाया। आखिरी पंक्ति विच पातशाह जी कहते, नानक नाम गुर भगती पाई है, गुर चरनी चित लावणिया। गुरु के चरणों नाल जुड़ करके जिन्ना गुरु की भगती की, भगती विच सेवा भी आउंदा है, सिमरन भी आउंदा। ये दो खंभ है मनुख दे, सिमरन ते सेवा दे नाल ही मनुख की मुक्ति होनी है। किरत करो, नाम जपो, वंड छको। ये तीन वचन पातशाह जी ने कहे। नाम जपना सिमरन है, किरत करनी वंड छकना ये सेवा है। जिमें असी अपनी किरत विचों कुछ दसवां दसौंद कढ़ के लोड़वंदां दी सेवा कर सकते हैं, गुरु घर दे सेवा च पा सकते हाँ, जिमें भी ठीक लगता। किसी भुखे नूं प्रसाद छका देना, ये भी तुहाडी किरत विचों हिस्सा सीधा परमेश्वर कोले जांदा है। जिमें सतगुरां दा वचन है, गरीब दा मुख गुरु दी गोलक है। केवल लोहे की गोलक ही गुरु की गोलक नहीं। किसी गरीब की मदद करनी, ये भी सीधा परमेश्वर कोल जांदा। खैर इस विषय पर आप कदे फिर विचार करांगे, क्योंकि इस विषय ते साखियां भी है दो तीन। जदों किसी ने गरीबां नूं प्रसादा छकाया तो किवें परमेश्वर ने प्रवान की उन्हां दी सेवा। अगला शब्द है, माझ महला तीजा सच्चा सेवी सच सलाही, सच्चै नाए दुख कभी नाही तांते। सिखो, पिछले शब्द का निचोड़ कढ़ के अगले शब्द सलाह देंदे आ पातशाह। वो सच्चे परमात्मा नूं सिमरिया करो, सलाहिया करो, सेवा करिया करो। सच्चा सेवी सच सलाही, सच्चे नाए दो कभी नाही, सुख दाता सेवन सुख पाएन। जिहो जी संगत करोगे उहे जी दात मिलनी है ना। सुख दाते परमेश्वर नूं सिमरांगे, वो सुख बख्शेगा। सुख दाता सेवन सुख पाएन, गुरमत मन वसावणिया। जिहड़े गुरमत अनुसार नाम जप के परमेश्वर की भगती करते हैं, उन्होंने किवें मिलता है, ये विचार आप अगले शब्द के कल नूं सरवण करांगे। बोलदियां नेकां अखर बाद घाट हो जाते।
सिख संगतां ते सतगुरु बख्शण योग है, बख्श लैना जी। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह।